सुनो सुनावा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआपा रेडियो। प्यारे बच्चों, मैं श्रीमती सरबजीत कौर, पंजाबी ਲੈਕਚਰਰ, सरकारी सीनियर सैकेंडरी स्कूल पादड़ा, जिला मानसा तो हाँ। सब तो पहला मेरे वालों आप सब नू प्यार भरी सत श्री अकाल। प्यारे बच्चों, अज मैं जिहड़ा विशा लैके तुहाडे रूबरू होई हां ओह है 12वीं जमात दी लाजमी पंजाबी दा तीजा पाठ, पंजाब दे रस्म रिवाज। पंजाब दे रस्म रिवाज पाठ गुलजार सिंह संधू जी दा लिखिया होया लेख है। सब तो पहला असीं गुलजार सिंह संधू जी बारे कुछ जान लईए। गुलजार सिंह जी दा जन्म 1935 विच पिंड कोटला बडला, जिला लुधियाना विखे माता श्रीमती गुरचरण कौर ਅਤੇ पिता जी सरदार हरी सिंह दे घर होया। उन्हां विद्या प्राप्ति दे खेतर विच MA अंग्रेजी दी सिक्ख्या हासिल कीती हुई है। उन्हां ने ਵੱਖ-ਵੱਖ महकमिਆਂ दे विच कई अधिकारी पदां ते काम कीता। पंजाबी यूनिवर्सिटी पटियाला विच पत्रकारी विभाग विच प्रोफैसर भी रहे ते उस तो पहलां पंजाबी ट्रिब्यून दे संपादक भी रहे। हुसन दे हाणी, एक सांझ पुरानी ਅਤੇ सोने दी इट गुलजार सिंह संधू जी दे मुख कहानी संग्रह ਹਨ ਤੇ ਅੱਜ ਅਸੀਂ ਉਹਨਾਂ ਦੇ ਰਚਿਤ ਪਾਠ ਪੰਜਾਬ ਦੇ ਰਸਮ ਰਿਵਾਜ ਬਾਰੇ ਗੱਲਬਾਤ ਕਰ ਰਹੇ ਹਾਂ। ਇਸ ਪਾਠ ਦੇ ਵਿੱਚ ਉਹਨਾਂ ਨੇ ਮਨੁੱਖੀ ਜੀਵਨ ਨਾਟਕ ਦੀਆਂ 3 ਝਾਕੀਆਂ ਜਨਮ, ਵਿਆਹ ਤੇ ਮਰਨ, ਇਹਨਾਂ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਕਿਸਮ ਦੇ ਰਸਮ ਰਿਵਾਜ ਨੇ ਉਹਨਾਂ ਬਾਰੇ ਸਾਨੂੰ ਦੱਸਿਆ। ਪਿਆਰੇ ਬੱਚਿਓ, ਸਾਡੇ ਜੀਵਨ ਦੇ ਨਾਲ ਬਹੁਤੇ ਰਸਮ ਰਿਵਾਜ ਜੁੜੇ ਹੋਏ ਨੇ ਤੇ ਇਹਨਾਂ ਰਸਮਾਂ ਰਿਵਾਜਾਂ ਦੇ ਜੁੜਨ ਦਾ ਕੀ ਕਾਰਨ ਹੈ? ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸਾਡੇ ਜੀਵਨ ਵਿੱਚ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦਾ ਕੀ ਕਾਰਨ ਹੈ। ਇਹ ਕਿੱਥੋਂ ਹੋਂਦ ਵਿੱਚ ਆਈ? ਮੁੱਖ ਤੌਰ ਤੇ ਅਸੀਂ ਜਦੋਂ ਪਾਠ ਦਾ ਅਧਿਐਨ ਕਰਦੇ ਹਾਂ ਤਾਂ ਵੇਖਦੇ ਹਾਂ ਕਿ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਕਈ ਸਾਰੇ ਕਾਰਨ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਕਾਰਨ ਹੈ ਕਿ ਦੈਵੀ ਤਾਕਤਾਂ ਦਾ ਭੈ। ਇਹ ਸੰਸਕਾਰ, ਇਹ ਰਸਮ ਰਿਵਾਜ ਕਿਵੇਂ ਉਪਜੇ ਨੇ? ਇਹਨਾਂ ਨੂੰ ਜਾਣੋਗੇ ਤਾਂ ਬੜਾ ਹੀ ਦਿਲਚਸਪ ਜਾਪੇਗਾ। ਜਿਹੜਾ ਮੁੱਢਲਾ ਮਨੁੱਖ ਸੀ ਉਹ ਕੁਦਰਤੀ ਤਾਕਤਾਂ ਤੋਂ, ਦੈਵੀ ਤਾਕਤਾਂ ਤੋਂ ਬੜਾ ਭੈਭੀਤ ਹੁੰਦਾ ਸੀ। ਉਹਨੇ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਹੈ ਉਹ ਇਹਨਾਂ ਤਾਕਤਾਂ ਨੂੰ ਮਨਾਉਣ ਤੇ ਪਤਿਆਉਣ ਦੇ ਕਰਕੇ ਕਰ ਲਿਆ। ਤੇ ਦੂਜਾ ਜਿਹੜਾ ਮੁੱਖ ਕਾਰਨ ਹੈ ਉਹ ਹੈ ਕਿ ਮਨੁੱਖ ਇਹਨਾਂ ਰਸਮਾਂ ਰਿਵਾਜਾਂ ਦੇ ਵਿੱਚੋਂ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਦਾ ਹੈ। ਉਹ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਰਸਮਾਂ ਰਿਵਾਜਾਂ ਦੇ ਨਾਲ ਹੋਰਨਾਂ ਨਾਲ ਸਾਂਝਾ ਕਰਦਾ ਹੈ। ਤੇ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਪਿੱਛੇ ਮੁੱਖ ਕਾਰਨ ਇਹ ਵੀ ਹੈ ਕਿ ਸਾਡੀ ਭਾਈਚਾਰਕ ਵੰਡ। ਅਸੀਂ ਮਨੂ ਦੀ ਜਿਹੜੀ ਭਾਈਚਾਰਕ ਵੰਡ ਵੇਖਦੇ ਹਾਂ ਉਸ ਦੇ ਅਨੁਸਾਰ ਮਨੁੱਖ ਦੇ ਜੀਵਨ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹਨਾਂ ਭਾਗਾਂ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੰਸਕਾਰ ਨੇ ਉਹ ਜੁੜੇ ਹੋਏ ਨੇ ਤੇ ਇਹਨਾਂ ਸੰਸਕਾਰਾਂ ਦੇ ਵਿੱਚੋਂ ਸਭ ਤੋਂ
ਵਧੀਆ ਗੱਲ ਜਿਹੜੀ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਕਿ ਮਨੁੱਖ ਇਹਨਾਂ ਸੰਸਕਾਰਾਂ ਨੂੰ ਕਰਕੇ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਵਿੱਚੋਂ ਵੀ ਰਸਮਾਂ ਰਿਵਾਜਾਂ ਦਾ ਜਿਹੜਾ ਪੈਦਾ ਹੋਣਾ ਉਹ ਮਨੁੱਖ ਨੇ ਬਣਾ ਲਿਆ। ਮਨੁੱਖ ਦੇ ਜੀਵਨ ਨਾਲ ਜਨਮ ਤੋਂ ਪਹਿਲਾਂ ਤੋਂ ਲੈ ਕੇ ਮੌਤ ਦੇ ਬਾਅਦ ਤੱਕ ਅਨੇਕਾਂ ਹੀ ਸੰਸਕਾਰ ਨੇ ਜਿਹੜੇ, ਅਨੇਕਾਂ ਹੀ ਰਸਮ ਰਿਵਾਜ ਨੇ ਉਹ ਜੁੜੇ ਹੋਏ ਨੇ ਤੇ ਇਹਨਾਂ ਰਸਮਾਂ ਰਿਵਾਜਾਂ ਦਾ ਮਨੁੱਖੀ ਜੀਵਨ ਵਿੱਚ ਖਾਸ ਮਹੱਤਵ ਹੈ। ਜੇਕਰ ਅਸੀਂ ਇਹਨਾਂ ਰਸਮਾਂ ਰਿਵਾਜਾਂ ਦੇ ਮਹੱਤਵ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਰਸਮਾਂ ਰਿਵਾਜਾਂ ਦੇ ਨਾਲ ਸਾਡੀ ਦੁੱਖ ਸੁੱਖ ਦੀ ਸਾਂਝ ਪੈਦਾ ਹੁੰਦੀ ਹੈ। ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਦੇ ਤੌਰ ਤੇ ਜੁੜ ਜਾਂਦੇ ਹਾਂ। ਜੇਕਰ ਕੋਈ ਵੀ ਖੁਸ਼ੀ ਦਾ ਮੌਕਾ ਹੈ ਤਾਂ ਵੀ ਰਸਮ ਰਿਵਾਜ ਕੀਤੇ ਜਾਂਦੇ ਨੇ, ਉੱਥੇ ਵੀ ਸਾਡਾ ਆਪਸੀ ਭਾਈਚਾਰਾ ਜਿਹੜਾ ਉਹ ਇਕੱਠਾ ਹੋ ਜਾਂਦਾ ਹੈ। ਜੇਕਰ ਕੋਈ ਦੁੱਖ ਦੀ ਘੜੀ ਹੈ ਤਾਂ ਵੀ ਰਸਮ ਰਿਵਾਜ ਕੀਤੇ ਜਾਂਦੇ ਨੇ ਤੇ ਸਾਡੀਆਂ ਭਾਈਚਾਰਕ ਸਾਂਝਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਪਰਪੱਕਤਾ ਆਉਂਦੀ ਹੈ। ਤੇ ਜਦੋਂ ਅਸੀਂ ਇਹ ਰਸਮ ਰਿਵਾਜ ਕਰਦੇ ਹਾਂ ਤਾਂ ਇਹ ਵੀ ਹੈ ਕਿ ਭਵਿੱਖ ਦੇ ਲਈ ਅਸੀਂ ਸੁਚੇਤ ਹੋ ਜਾਂਦੇ ਹਾਂ। ਸਾਡੇ ਲੋਕ ਮਨਾਂ ਦੇ ਵਿੱਚ ਆਪਸੀ ਭਾਈਵਾਲੀ ਨੂੰ ਬੜਾਵਾ ਮਿਲਦਾ ਹੈ, ਰਿਸ਼ਤਿਆਂ ਦੇ ਵਿੱਚ ਨੇੜਤਾ ਆਉਂਦੀ ਹੈ, ਰਿਸ਼ਤਿਆਂ ਦੇ ਵਿੱਚ ਨਿੱਘ ਪੈਦਾ ਹੁੰਦਾ ਹੈ, ਕਿਉਂਕਿ ਰਸਮਾਂ ਰਿਵਾਜਾਂ ਕਰਕੇ ਹੀ ਮਨੁੱਖ ਦੇ ਵਿੱਚ ਚਾਅ ਤੇ ਉਤਸ਼ਾਹ ਦਾ ਪ੍ਰਗਟਾਵਾ ਵੀ ਹੁੰਦਾ ਹੈ। ਰਸਮਾਂ ਰਿਵਾਜਾਂ ਦੇ ਕਾਰਨ ਹਰ ਦੁੱਖ ਦੀ ਘੜੀ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਜਦੋਂ ਕਿਸੇ ਦੁੱਖ ਦੀ ਘੜੀ ਵਿੱਚ ਸਾਡਾ ਭਾਈਚਾਰਾ ਇਕੱਤਰਤ ਹੋ ਕੇ ਆਉਂਦਾ ਹੈ ਤਾਂ ਸਾਨੂੰ ਸਾਡਾ ਦੁੱਖ ਵੰਡਾਉਣ ਦੇ ਨਾਲ ਘੱਟ ਜਾਪਦਾ ਹੈ ਤੇ ਇਸੇ ਤਰ੍ਹਾਂ ਦਾ ਹੀ ਮਹੱਤਵ ਹੈ ਸਾਡੀਆਂ ਖੁਸ਼ੀਆਂ ਦੇ ਵਿੱਚ। ਜਦੋਂ ਮਨੁੱਖ ਮਿਲ ਕੇ ਖੁਸ਼ੀ ਦੇ ਮੌਕੇ ਤੇ ਰਸਮ ਰਿਵਾਜ ਕਰਦੇ ਨੇ ਤਾਂ ਉਹਨਾਂ ਦੀ ਖੁਸ਼ੀ ਹੈ ਉਹ ਦੁੱਗਣੀ ਹੋ ਜਾਂਦੀ ਹੈ। ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਰਸਮਾਂ ਰਿਵਾਜਾਂ ਦਾ ਮਹੱਤਵ ਉਹਨਾਂ ਦੇ ਦੁਆਰਾ ਚਾਅ ਤੇ ਉਤਸ਼ਾਹ ਦਾ ਪ੍ਰਗਟਾਵਾ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਛੁਪਿਆ ਹੋਇਆ ਹੈਗਾ। ਬੱਚਿਓ, ਅਸੀਂ ਰਸਮ ਰਿਵਾਜ ਨੂੰ ਜਨਮ, ਵਿਆਹ ਤੇ ਮੌਤ ਦੇ ਰਸਮਾਂ ਰਿਵਾਜਾਂ ਦੇ ਵਿੱਚ ਵੰਡ ਸਕਦੇ ਹਾਂ। ਇਹ ਕਿਹਾ ਜਾਂਦਾ ਹੈ ਕਿ ਰਸਮ ਰਿਵਾਜਾਂ ਦੇ ਵਿੱਚ ਦਾਈ, ਨਾਈ ਤੇ ਭਾਈ ਦਾ ਖਾਸ ਮਹੱਤਵ ਹੈ। ਭਾਵ ਜਨਮ ਦੇ ਸਮੇਂ ਦਾਈ, ਵਿਆਹ ਦੇ ਸਮੇਂ ਨਾਈ ਅਤੇ ਮੌਤ ਦੇ ਸਮੇਂ ਭਾਈ ਹੀ ਇਹਨਾਂ ਰਸਮਾਂ ਨੂੰ ਨੇਪਰੇ ਚਾੜਦਾ ਹੈ। ਸਾਡੀਆਂ ਇਹ ਰਸਮਾਂ, ਰਹੁ ਰੀਤਾਂ ਤੇ ਸੰਸਕਾਰ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਦਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੀਆਂ ਨੇ। ਇਸ ਕਰਕੇ ਇਹਨਾਂ ਦਾ ਸਾਡੇ ਜੀਵਨ ਦੇ ਵਿੱਚ ਖਾਸ ਮਹੱਤਵ ਹੈ। ਪਿਆਰੇ ਬੱਚਿਓ, ਹੁਣ ਅਸੀਂ ਗੱਲ ਕਰਦੇ ਹਾਂ ਜਨਮ ਦੇ ਰਸਮ ਰਿਵਾਜਾਂ ਦੀ। ਜਨਮ ਦੇ ਨਾਲ ਕਈ ਪ੍ਰਕਾਰ ਦੇ ਰਸਮ ਰਿਵਾਜ ਨੇ ਜੋ ਉਹ ਜੁੜੇ ਹੋਏ ਨੇ, ਕਿਉਂਕਿ ਜਨਮ ਦੇ ਰਸਮ ਰਿਵਾਜ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਗਰਭ ਸੰਸਕਾਰ। ਆਮ ਕਰਕੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗਰਭ ਦੇ ਤੀਜੇ, ਪੰਜਵੇਂ ਜਾਂ 7ਵੇਂ ਮਹੀਨੇ ਵਿੱਚ ਇਸਤਰੀ ਦੇ ਪੱਲੇ ਅਨਾਜ ਬੰਨ੍ਹਿਆ ਜਾਂਦਾ ਹੈ ਤਾਂ ਜੋ ਉਸਨੂੰ ਪ੍ਰੇਤ ਰੂਹਾਂ ਤੋਂ ਬਚਾਇਆ ਜਾ ਸਕੇ। ਜੇ ਕੁੜੀ ਸਹੁਰੇ ਘਰ ਵਿੱਚ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਨੇ ਤੇ ਜੇ ਪੇਕੇ ਘਰ ਵਿੱਚ ਹੈ ਤਾਂ ਉਸਨੂੰ ਇਹ ਅਨਾਜ ਉਸਦੇ ਸਹੁਰੇ ਪਰਿਵਾਰ ਵੱਲੋਂ ਦਿੱਤਾ ਜਾਂਦਾ ਹੈ। ਉਹ ਇਸ ਅਨਾਜ ਨੂੰ ਰਿੰਨ ਕੇ ਖਾਂਦੀ ਹੈ, ਭਾਈਚਾਰੇ ਦੇ ਵਿੱਚ ਵੰਡਦੀ ਹੈ। ਫਿਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਜਨਮ ਦੇ ਸੰਸਕਾਰ ਨੇ ਉਹ ਆਰੰਭ ਹੋ ਜਾਂਦੇ ਨੇ। ਵਧੇਰੇ ਕਰਕੇ ਪਹਿਲੇ ਬੱਚੇ ਦਾ ਜਨਮ ਉਸਦੇ ਨਾਨਕੇ ਪਿੰਡ ਵਿੱਚ ਹੁੰਦਾ ਹੈ ਤੇ ਇਸ ਸੂਰਤ ਵਿੱਚ ਰਸਮ ਵੇਲੇ ਦੋਵੇਂ ਪਤੀ ਪਤਨੀ ਪਤਨੀ ਦੇ ਸਹੁਰਿਆਂ ਵੱਲੋਂ ਘੱਲੇ ਕੱਪੜੇ ਪਾ ਕੇ ਜਠੇਰਿਆਂ ਦੀ ਪੂਜਾ ਕਰਦੇ ਨੇ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਸਭ ਤੋਂ ਪਹਿਲੀ ਰਸਮ ਹੈ ਜੋ ਜਣੇਪੇ ਦੀ ਰਸਮ ਕੀਤੀ ਜਾਂਦੀ ਹੈ।
ਜਨੇਪੇ ਤੋਂ ਪਿੱਛੋਂ ਬੱਚਾ ਤੇ ਜੱਚਾ ਦੋਵਾਂ ਨੂੰ ਹੀ ਧੂਫ ਦਿੱਤੀ ਜਾਂਦੀ ਹੈ। ਦੀਵਾ ਬਾਲ ਕੇ ਰੱਖਿਆ ਜਾਂਦਾ ਹੈਗਾ ਤੇ ਇਹ ਵਾਲਿਆ ਹੋਇਆ ਦੀਵਾ ਲਗਾਤਾਰ 10 ਦਿਨ ਚੱਲਦਾ ਰਹਿੰਦਾ ਹੈ। ਲੋਕੀ ਇਹ ਵਿਸ਼ਵਾਸ ਕਰਦੇ ਨੇ ਕਿ ਦੀਵਾ ਬਾਲਣ ਦੇ ਨਾਲ ਜੱਚਾ ਤੇ ਬੱਚਾ ਨੂੰ ਪ੍ਰੇਤ ਰੂਹਾਂ ਦਾ ਕੋਈ ਖਤਰਾ ਨਹੀਂ ਰਹੇਗਾ। ਫਿਰ ਆਉਂਦੀ ਹੈ ਗੁੜਤੀ ਦੀ ਰਸਮ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਗੁੜਤੀ ਦੀ ਰਸਮ ਨੂੰ ਬੜਾ ਮਹੱਤਵਪੂਰਨ ਸਮਝਿਆ ਜਾਂਦਾ ਹੈ। ਬੱਚੇ ਨੂੰ ਦਿੱਤੀ ਗਈ ਗੁੜਤੀ ਦਾ ਬੱਚੇ ਦੇ ਸੁਭਾਅ ਤੇ ਡੂੰਘਾ ਅਸਰ ਮੰਨਿਆ ਜਾਂਦਾ ਹੈ। ਕਈ ਵਾਰੀ ਮਾਵਾਂ ਜਨਮ ਤੋਂ ਪਹਿਲਾਂ ਹੀ ਜਿਸ ਨੂੰ ਵੀ ਮਨ ਦੇ ਵਿੱਚ ਧਾਰ ਲੈਂਦੀਆਂ ਨੇ ਉਸੇ ਹੀ ਵਿਅਕਤੀ ਤੋਂ ਗੁੜਤੀ ਦਿਵਾਉਣਾ ਚਾਹੁੰਦੀਆਂ ਨੇ। ਗੁੜਤੀ ਮਿਸ਼ਰੀ ਦੀ ਡਲੀ ਜਾਂ ਭੇਡ ਬੱਕਰੀ ਦੇ ਦੁੱਧ ਦੀ ਵੀ ਦਿੱਤੀ ਜਾਂਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚੇ ਦਾ ਸੁਭਾਅ ਬਿਲਕੁਲ ਗੁੜਤੀ ਦੇਣ ਵਾਲੇ ਦੀ ਤਰ੍ਹਾਂ ਹੀ ਹੋਵੇਗਾ। ਗੁੜਤੀ ਦੇਣ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾਉਂਦੀ। ਤੇ ਇਸ ਤੋਂ ਬਾਅਦ ਗੁੜਤੀ ਤੋਂ ਬਾਅਦ ਹੈ ਵਧਾਈ ਦੀ ਰਸਮ। ਮੁੰਡਾ ਜੰਮਿਆ ਹੁੰਦਾ ਤਾਂ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਬੰਦੇ ਵਧਾਈਆਂ ਦੇਣ ਆਉਂਦੇ ਨੇ। ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਤੇ ਭਾਈਚਾਰੇ ਵਿੱਚ ਗੁੜ, ਮਿਸ਼ਰੀ ਜਾਂ ਪਤਾਸੇ ਵੰਡੇ ਜਾਂਦੇ ਸਨ। ਇਹ ਰੀਤਾਂ ਅੱਜ ਵੀ ਕਾਇਮ ਨੇ। ਭਾਵੇਂ ਸਾਰੇ ਹੀ ਰਸਮ ਰਿਵਾਜ ਮੁੱਢਲੇ ਤੌਰ ਤੇ ਸਾਡੇ ਪੁਰਾਤਨ ਪੀੜ੍ਹੀ ਨਾਲ ਜੁੜੇ ਹੋਏ ਹਨ, ਪਰ ਫਿਰ ਵੀ ਇਹਨਾਂ ਨੂੰ ਬਦਲਵੇਂ ਰੂਪ ਵਿੱਚ ਅੱਜ ਵੀ ਸਾਡੀ ਪੀੜ੍ਹੀ ਹੈ ਉਹ ਉਸੇ ਤਰ੍ਹਾਂ ਅਪਣਾ ਰਹੀ ਹੈ। ਅਗਲੀ ਜਿਹੜੀ ਰੀਤ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਪੰਜਵੀਂ ਨਹਾਉਣ। ਜਨੇਪੇ ਤੋਂ 5 ਦਿਨ ਬਾਅਦ ਪੰਜਵੀਂ ਨਹਾਉਣ ਦੀ ਰੀਤ ਕੀਤੀ ਜਾਂਦੀ ਹੈ। ਇਸ ਦਿਨ ਦਾਈ ਪਾਣੀ ਦੇ ਵਿੱਚ ਮੇਥੀ, ਜਵੈਣ ਦੇ ਪੱਤੇ ਉਬਾਲ ਕੇ ਮਾਂ ਨੂੰ ਨਹਾਉਂਦੀ ਹੈ ਤੇ ਨਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਦੇ ਥੱਲੇ ਕੁਝ ਪੈਸੇ ਨਗਦੀ ਰਖਵਾ ਲੈਂਦੀ ਹੈ ਜੋ ਕਿ ਬਾਅਦ ਵਿੱਚ ਉਸੇ ਨੂੰ ਹੀ ਦਿੱਤੀ ਜਾਂਦੀ ਹੈ। ਪੰਜਵੀਂ ਨਹਾਉਣ ਤੋਂ ਬਾਅਦ 6ਵੇਂ ਦਿਨ ਛਟੀ ਦੀ ਰਸਮ ਕੀਤੀ ਜਾਂਦੀ ਹੈ। ਇਸ ਅਨੁਸਾਰ ਚੌਂਕ ਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦਿਨ ਮਾਂ ਜਿੰਨਾ ਵੀ ਰੱਜ ਕੇ ਖਾਂਦੀ ਹੈ ਉਹਨਾਂ ਦੇ ਬੱਚੇ ਦੀ ਨੀਅਤ ਉਨੀ ਹੀ ਭਰੀ ਹੋਵੇਗੀ। ਇਸ ਲਈ ਮਾਂ ਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਰੱਜਵੀਂ ਰੋਟੀ ਖਵਾਈ ਜਾਂਦੀ ਹੈ। ਫਿਰ ਹੈ ਬਾਹਰ ਵਧਾਉਣ ਦੀ ਰਸਮ। ਇਹ ਰਸਮ ਲਗਭਗ 13ਵੇਂ ਦਿਨ ਕੀਤੀ ਜਾਂਦੀ ਹੈ। ਮੁੰਡਾ ਹੋਵੇ ਤਾਂ ਇਸ ਦਿਨ ਸਾਰੇ ਲਾਗੀ ਤੋਹਫੇ ਤੇ ਵਧਾਈਆਂ ਦੇਣ ਆਉਂਦੇ ਹਨ। ਮਹਿਰਾ ਮੌਲੀ ਵਿੱਚ ਸੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ ਡੰਡਾ, ਘੁਮਿਆਰ ਨਹਾਉਣ ਵਾਲਾ ਝੱਜਰ ਤੇ ਦਾਈ ਬੱਚੇ ਲਈ ਤੜਾਗੀ ਲੈ ਕੇ ਆਉਂਦੀ ਹੈ। ਸਭਨਾਂ ਨੂੰ ਵਧਾਈਆਂ ਦੇ ਬਦਲੇ ਤੋਹਫੇ ਦਿੱਤੇ ਜਾਂਦੇ ਹਨ ਤੇ ਬਣਦਾ ਸਰਦਾ ਜੋ ਲਾਗ ਹੈ ਪਰਿਵਾਰ ਵੱਲੋਂ ਉਹ ਵੀ ਦਿੱਤਾ ਜਾਂਦਾ ਹੈਗਾ। ਸ਼ਾਮ ਨੂੰ ਬੱਚੇ ਦੀ ਮਾਂ ਪਹਿਲੀ ਵਾਰੀ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਜਦੋਂ ਉਹ ਆਪਣੇ ਘਰ ਵਾਪਸ ਆਉਂਦੀ ਹੈ ਤਾਂ ਬਾਹਰੋਂ ਹਰਾ ਘਾਹ ਪੁੱਟ ਕੇ ਲਿਆਉਂਦੀ ਹੈ ਤੇ ਇਸ ਨੂੰ ਆਪਣੇ ਸਿਰਹਾਣੇ ਰੱਖਦੀ ਹੈ। ਕਈ ਥਾਂ ਤੇ ਇਸ ਦਿਹਾੜੇ ਤੇ ਦਾਦਕਿਆਂ ਦੇ ਵੱਲੋਂ ਨਾਈ ਦੇ ਹੱਥ ਦੁੱਬ, ਖੰਮਣੀ, ਗੁੜ ਤੇ ਸ਼ਗਨ ਲਈ ਬਾਕੀ ਅੰਗ ਸਾਕਾਂ ਨੂੰ ਵੀ ਕੁਝ ਨਾ ਕੁਝ ਭੇਜਿਆ ਜਾਂਦਾ ਹੈ ਤੇ ਬਦਲੇ ਦੇ ਵਿੱਚ ਦਾਦਕੇ ਆਪਣੀ ਨੂੰਹ ਲਈ ਗਹਿਣੇ, ਕੱਪੜੇ ਤੇ ਲਾਗੀਆਂ ਨੂੰ ਲਾਗ ਵਜੋਂ ਤਿਉਰ ਘੱਲਦੇ ਹਨ। ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ ਸ਼ੂਸ਼ਕ ਭੇਜਣ ਦਾ ਵੀ ਖਾਸ ਰਿਵਾਜ ਹੈ। ਜਦੋਂ ਵਧਾਈ ਭੇਜੀ ਜਾਂਦੀ ਹੈ ਤਾਂ ਦਾਦਕਿਆਂ ਵੱਲੋਂ ਜੋ ਵੀ ਸਮਾਨ ਉਸ ਨੂੰ ਭੇਜਿਆ ਜਾਂਦਾ ਹੈ ਉਹ ਮਾਂ ਨੂੰ ਦੇ ਦਿੱਤਾ ਜਾਂਦਾ ਹੈ ਤੇ ਫਿਰ ਨਾਨਕਿਆਂ ਵੱਲੋਂ ਸ਼ੂਸ਼ਕ ਦੇਣ ਦਾ ਖਾਸ ਰਿਵਾਜ ਹੈ। ਤੇ ਫਿਰ ਬੱਚੇ ਦੇ ਨਾਮ ਸੰਸਕਰਨ ਬਾਰੇ ਜਿਹੜਾ ਹੈ ਉਹ ਨਾਮ ਸੰਸਕਾਰ ਕੀਤਾ ਜਾਂਦਾ ਹੈ। ਨਾਂ ਰੱਖਣ ਦੇ ਲਈ ਕੋਈ ਖਾਸ ਪ੍ਰਕਾਰ ਦਾ ਸੰਸਕਾਰ ਨਹੀਂ ਹੈਗਾ। ਸਿਰਫ ਆਪਣੇ ਹੀ ਧਾਰਮਿਕ ਗ੍ਰੰਥ ਜਾਂ ਧਾਰਮਿਕ ਪੋਥੀ ਦਾ ਕੋਈ ਵੀ ਪੰਨਾ ਖੁਲਵਾ ਕੇ
ਉਸ ਦੇ ਪਹਿਲੇ ਪੰਨੇ ਤੇ ਜੋ ਅੱਖਰ ਹੁੰਦਾ ਹੈ ਉਸ ਨੂੰ ਹੀ ਨਾਮਕਰਨ ਵਜੋਂ ਵਰਤ ਲਿਆ ਜਾਂਦਾ ਹੈਗਾ। ਤੇ ਹਿੰਦੂ ਘਰਾਂ ਦੇ ਵਿੱਚ ਬੱਚੇ ਦੇ ਜਨਮ ਸਮੇਂ ਮੁੰਡਨ ਸੰਸਕਾਰ ਵੀ ਕੀਤਾ ਜਾਂਦਾ ਹੈ। ਇਹ ਤੀਜੇ ਜਾਂ ਪੰਜਵੇਂ ਸਾਲ ਦੇ ਵਿੱਚ ਕੀਤਾ ਜਾਂਦਾ ਹੈ। ਆਮ ਕਰਕੇ ਮੁੰਡਨ ਸੰਸਕਾਰ ਹੈ ਜਿਹੜਾ ਉਹ ਅਜਿਹੇ ਸਥਾਨ ਤੇ ਕੀਤਾ ਜਾਂਦਾ ਹੈ ਜਿੱਥੇ ਬੱਚੇ ਦੇ ਮਾਂ ਪਿਓ ਨੇ ਉਸ ਦੇ ਜਨਮ ਤੋਂ ਪਹਿਲਾਂ ਕੋਈ ਸੁੱਖ ਸੁੱਖੀ ਹੋਵੇ। ਜਰਾ ਕੁ ਜਵਾਨ ਹੋਣ ਤੇ ਹਿੰਦੂ ਲੋਕ ਨੇ ਜਿਹੜਾ ਉਹ ਜਨੇਊ ਪਹਿਨਾਉਂਦੇ ਨੇ, ਸਿੱਖ ਨੇ ਅੰਮ੍ਰਿਤ ਛਕਾਉਂਦੇ ਨੇ। ਪਰ ਇਹਨਾਂ ਰਸਮਾਂ ਰਿਵਾਜਾਂ ਦੇ ਵਿੱਚ ਸਮੇਂ ਦੇ ਨਾਲ ਜੋ ਹੈ ਉਹ ਬਦਲਾਵ ਆਉਂਦਾ ਜਾ ਰਿਹਾ ਹੈ। ਇਹ ਰਸਮ ਰਿਵਾਜ ਨੇ ਜਿਹੜੇ ਬਦਲਦੇ ਜਾ ਰਹੇ ਨੇ। ਪਹਿਲਾਂ ਲੋਕੀ ਮੁੰਡੇ ਦੇ ਜੰਮਣ ਤੇ ਸੀ ਉਹ ਸਿਰਫ ਚਾਮਲਾਰ ਉਦੋਂ ਹੀ ਕਰਦੇ ਸੀ। ਹੁਣ ਕੁੜੀਆਂ ਦੇ ਪ੍ਰਤੀ ਦ੍ਰਿਸ਼ਟੀਕੋਣ ਹੈ ਮਾਪਿਓ ਦਾ ਉਹ ਬਦਲਦਾ ਜਾ ਰਿਹਾ। ਕੁੜੀਆਂ ਨੂੰ ਵੀ ਉਸੇ ਤਰ੍ਹਾਂ ਦਾ ਹੁਣ ਸਤਿਕਾਰ ਹੈ ਜਿਹੜਾ ਉਹ ਜਨਮ ਦੇ ਸਮੇਂ ਮਿਲਦਾ ਹੈ। ਪਰ ਪਹਿਲਾਂ ਨਾ ਕੋਈ ਵਧਾਈ ਦਿੱਤੀ ਜਾਂਦੀ ਸੀ, ਨਾ ਲੱਡੂ ਵੰਡੇ ਜਾਂਦੇ ਸੀ, ਨਾ ਕੋਈ ਉਹਨਾਂ ਦਾ ਨਾਮ ਸੰਸਕਰਨ ਖਾਸ ਤੌਰ ਤੇ ਉਚੇਚੇ ਤੌਰ ਤੇ ਕੀਤਾ ਜਾਂਦਾ ਸੀ। ਸਿਰਫ ਕੰਨ ਵਿੰਦ ਸੰਸਕਾਰ ਸੀ ਜੋ ਉਹ ਕੀਤਾ ਜਾਂਦਾ ਸੀ ਤੇ ਉਹ ਵੀ ਨਾ ਮਾਤਰ ਹੀ ਹੁੰਦਾ ਸੀ। ਪਰ ਹੁਣ ਸਮੇਂ ਦੇ ਨਾਲ ਇਸ ਦੇ ਵਿੱਚ ਬਦਲਾਵ ਆ ਗਿਆ। ਧੀਆਂ ਨੇ ਜੋ ਉਹ ਕਮਾਊ ਹੋ ਗਈਆਂ, ਜਿਸ ਦੇ ਸਦਕਾ ਉਹਨਾਂ ਦੇ ਜਨਮ ਤੇ ਵੀ ਖੁਸ਼ੀ ਪ੍ਰਗਟ ਕੀਤੀ ਜਾਂਦੀ ਹੈ। ਉਹਨਾਂ ਦੇ ਵੀ ਜਨਮ ਤੇ ਲੋਹੜੀਆਂ ਮਨਾਈਆਂ ਜਾਂਦੀਆਂ ਨੇ। ਇਹ ਸੀ ਸਾਡੇ ਜਨਮ ਦੇ ਸੰਸਕਾਰ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਰੂਪੀ ਨਾਟਕ ਦਾ ਜਿਹੜਾ ਦੂਜਾ ਪੜਾਅ ਹੈ ਜਵਾਨੀ ਦਾ। ਉਸ ਦੇ ਵਿੱਚ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਸਦੇ ਵਿਆਹ ਦੀਆਂ ਤਿਆਰੀਆਂ ਨੇ ਘਰ ਦੇ ਵਿੱਚ ਉਹ ਸ਼ੁਰੂ ਹੋ ਜਾਂਦੀਆਂ ਨੇ। ਤੇ ਵਿਆਹ ਦੀਆਂ ਰਸਮਾਂ ਨਾਲ ਵੀ ਬਹੁਤ ਸਾਰੇ ਜਿਹੜੇ ਸਾਡੇ ਰੀਤੀ ਰਿਵਾਜ ਨੇ, ਜਿਹੜੇ ਸਾਡੇ ਸੰਸਕਾਰ ਨੇ, ਰਸਮ ਰਿਵਾਜ ਨੇ, ਉਹ ਜੁੜੇ ਹੋਏ ਨੇ। ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਰੋਕਣ ਜਾਂ ਠਾਕਣ। ਜਦੋਂ ਵੀ ਕੁੜੀ ਤੇ ਮੁੰਡਾ ਜਵਾਨ ਹੋ ਜਾਂਦੇ ਨੇ ਤਾਂ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਸਮ ਹੈ ਰੋਕਣ ਜਾਂ ਠਾਕਣ ਦੀ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਵਾਲਿਆਂ ਨੂੰ 1 ਰੁਪਈਆ ਦੇ ਕੇ ਭੇਜਦੇ ਨੇ ਤੇ ਨਾਤਾ ਪੱਕਾ ਸਮਝਿਆ ਜਾਂਦਾ ਹੈ। ਫਿਰ ਹੈ ਕੁੜਮਾਈ ਦੀ ਰਸਮ। ਇਸ ਨੂੰ ਸਗਾਈ ਦੀ ਰਸਮ ਵੀ ਕਿਹਾ ਜਾਂਦਾ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮਣੇ, ਰੁਪਈਆ, 5 ਮਿਸ਼ਰੀ ਦੇ ਕੂਜੇ, 5 ਛੁਹਾਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਘੱਲਦੇ ਨੇ। ਮੁੰਡੇ ਨੂੰ ਸ਼ਰੀਕੇ ਦੇ ਵਿੱਚ ਬਿਠਾ ਕੇ ਇਹ ਸਾਰਾ ਕੁਝ ਪੰਚਾਇਤ ਦੀ ਹਜ਼ੂਰੀ ਵਿੱਚ ਚੌਂਕੀ ਬਿਠਾ ਕੇ ਉਸਦੀ ਝੋਲੀ ਵਿੱਚ ਪਾਇਆ ਜਾਂਦਾ ਹੈ। ਉਸਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਇਆ ਜਾਂਦਾ ਹੈ ਤੇ 1 ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾਈ ਜਾਂਦੀ ਹੈ। ਬਾਕੀ ਮੁੰਡੇ ਦੇ ਹਾਣੀਆਂ ਨੂੰ ਵੰਡੇ ਜਾਂਦੇ ਨੇ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੂੰ ਵੀ ਇਹ ਵੰਡਿਆ ਜਾਏਗਾ ਤਾਂ ਉਹਨਾਂ ਦੀ ਕੁੜਮਾਈ ਵੀ ਛੇਤੀ ਹੋ ਜਾਵੇਗੀ। ਤੇ ਕੁੜੀ ਦੀ ਜਿਹੜੀ ਕੁੜਮਾਈ ਹੈ ਉਹ ਹੁੰਦੀ ਹੈ ਜਦੋਂ ਮੁੰਡੇ ਵਾਲੇ ਨਾਈ ਦੇ ਕੋਲ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣੇ, ਲਾਲ ਪਰਾਂਦੀ, ਮੌਲੀ, ਮਹਿੰਦੀ, ਖੰਡ, ਚਾਵਲ, ਛੁਹਾਰੇ ਤੇ ਨਕਦੀ ਆਦਿ ਘੱਲ ਦਿੰਦੇ ਨੇ। ਕੁੜੀ ਨੂੰ ਵੀ ਉਸੇ ਤਰ੍ਹਾਂ ਨਹਾ ਧੁਆ ਕੇ, ਕੱਪੜੇ ਪਾ ਕੇ, ਲਾਲ ਪਰਾਂਦੀ ਪਾ ਕੇ, ਚੜ੍ਹਦੇ ਵੱਲ ਮੂੰਹ ਕਰਕੇ ਪੀੜੇ ਤੇ ਬਿਠਾਇਆ ਜਾਂਦਾ ਹੈ ਤੇ ਸਹੁਰਿਆਂ ਵੱਲੋਂ ਭੇਜਿਆ ਸਮਾਨ ਉਸਦੀ ਝੋਲੀ ਵਿੱਚ ਪਾ ਕੇ ਉਸਦੇ ਮੂੰਹ ਨੂੰ ਛੁਹਾਰਾ ਛੁਹਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਕੁੜੀ ਦੀ ਵੀ ਕੁੜਮਾਈ ਹੋ ਜਾਂਦੀ ਹੈ। ਫਿਰ ਅਗਲੀ ਜਿਹੜੀ ਰਸਮ ਹੈ ਉਹ ਹੈ ਸਾਹੇ ਚਿੱਠੀ ਭੇਜਣਾ। ਮੰਗਣੀ ਤੋਂ ਬਾਅਦ ਜਦੋਂ ਕੋਈ ਸ਼ੁਭ ਮਹੀਨਾ ਜਾਂ ਤਿੱਥ ਘੜੀ ਵਿਆਹ ਦੇ ਲਈ ਨਿਯਤ ਕਰ ਲਈ ਜਾਂਦੀ ਹੈ ਤਾਂ ਸਾਹਾ ਕਢਵਾਇਆ ਜਾਂਦਾ ਹੈ। ਇਸ ਨੂੰ ਸਾਹਾ ਕਢਵਾਉਣਾ ਕਿਹਾ ਜਾਂਦਾ ਹੈ। ਤੇ ਜਦੋਂ ਵਿਆਹ ਦੇ ਵਿੱਚ ਥੋੜੇ ਦਿਨ ਰਹਿ ਜਾਂਦੇ ਨੇ ਤਾਂ ਕੁੜੀ ਵਾਲੇ ਸਾਹੇ ਚਿੱਠੀ ਜਾਂ ਲਗਨ ਲਿਖਾਉਂਦੇ ਨੇ। ਇਸ ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮਣੀ ਆਦਿ ਵਿੱਚ ਲਪੇਟ ਕੇ ਨਾਈ, ਪੰਡਤ ਜਾਂ ਵਿਚੋਲੇ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਮੁੰਡੇ ਵਾਲੇ ਪੰਚਾਇਤ ਦੇ ਵਿੱਚ ਇਹ ਚਿੱਠੀ ਖੋਲਦੇ ਨੇ ਤੇ ਪੜ੍ਹਦੇ ਨੇ ਤੇ ਇਸ ਤੋਂ ਬਾਅਦ ਹੀ ਘਰ ਦੇ ਵਿੱਚ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ। ਤੇ ਅਗਲੀ ਜਿਹੜੀ ਰਸਮ ਹੈ ਉਹ ਬਣਦੀ ਹੈ ਕੜਾਹੀ ਚੜਾਉਣ ਦੀ।
7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਹੈ। ਵਿਆਂਦੜ ਦੀ ਮਾਂ ਤਿਆਰ ਕੀਤੇ ਗੁਲਗੁਲੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦੱਸ ਕੇ ਆਉਂਦੀ ਹੈ ਤਾਂ ਜੋ ਉਹ ਨਾਨਕੀ ਸ਼ੱਕ ਦੀ ਤਿਆਰੀ ਕਰ ਸਕਣ। ਤੇ ਫਿਰ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਸਭ ਤੋਂ ਵੱਡੀ ਰਸਮ ਹੈ ਜਿਹੜੀ ਬਟਨੇ ਦੀ ਤੇ ਮਾਈਏ ਦੀ ਹੁੰਦੀ ਹੈ। ਮੁੰਡੇ ਜਾਂ ਕੁੜੀ ਦੇ ਉੱਤੇ ਪੀਲੀ ਚਾਦਰ ਤਾਣ ਕੇ ਜਾਂ ਚੰਦੋਆ ਤਾਣ ਕੇ ਖੜਿਆ ਜਾਂਦਾ ਹੈ। ਫਿਰ ਹਲਦੀ ਤੇਲ ਮਿਲਾ ਕੇ ਬਟਨਾ ਤਿਆਰ ਕਰਕੇ ਉਸ ਨੂੰ ਬਟਨਾ ਲਾਇਆ ਜਾਂਦਾ ਹੈ। ਹੱਥਾਂ ਪੈਰਾਂ ਨੂੰ ਦੱਬ ਦੱਬ ਕੇ ਮਲਿਆ ਜਾਂਦਾ ਹੈ ਤਾਂ ਜੋ ਉਸ ਦਾ ਚਿਹਰਾ ਉਹ ਚਮਕ ਜਾਵੇ। ਫਿਰ ਆਉਂਦਾ ਹੈ ਨਾਨਕਾ ਮੇਲ। ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਆਉਂਦੇ ਨੇ ਤੇ ਸਭ ਤੋਂ ਵੱਡਾ ਮੇਲ ਹੁੰਦਾ ਹੈ ਨਾਨਕਿਆਂ ਦਾ। ਉਹ ਆਪਣੀ ਦੋਤੀ ਲਈ ਲੋੜੀਂਦਾ ਸਮਾਨ ਲੈ ਕੇ ਆਉਂਦੇ ਨੇ। ਚੋਲ ਮੋਲ ਕਰਦੇ, ਬੰਬੀਹਾ ਬੁਲਾਉਂਦੇ ਉਹ ਪਿੰਡ ਦੀ ਜੂਹ ਦੇ ਵਿੱਚ ਆ ਵੜਦੇ ਨੇ ਤੇ ਵਿਆਂਦੜ ਦੀ ਮਾਂ ਉਹਨਾਂ ਦਾ ਸਵਾਗਤ ਕਰਦੀ ਹੈ। ਘੋੜੀ ਦੀ ਰਸਮ। ਇਸ ਤੋਂ ਮਗਰੋਂ ਘੋੜੀ ਦੀ ਰੀਤ ਹੁੰਦੀ ਹੈ। ਘੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਉਸਦੀ ਭਰਜਾਈ ਸੁਰਮਾ ਪਾਉਂਦੀ ਹੈ ਤੇ ਭੈਣ ਉਸਦੀ ਘੋੜੀ ਦੀ ਵਾਂਗ ਫੜਦੀ ਹੈ। ਮੁੰਡੇ ਦੀ ਮਾਂ ਤੇ ਸ਼ਰੀਕਣੀਆਂ ਮੁੰਡੇ ਨੂੰ ਸਲਾਮੀ ਪਾਉਂਦੀਆਂ ਨੇ ਤੇ ਉਸਨੂੰ ਘੋੜੀ ਚੜਾ ਦਿੰਦੀਆਂ ਨੇ। ਭੈਣ ਵਾਂਗ ਫੜਾਈ ਲੈਂਦੀ ਹੈ ਤੇ ਇਸ ਤਰ੍ਹਾਂ ਜੰਝ ਨੂੰ ਵਿਦਾ ਕਰ ਦਿੱਤਾ ਜਾਂਦਾ ਹੈ। ਫਿਰ ਜਦ ਜੰਝ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਲਈ ਖੜੀ ਹੁੰਦੀ ਹੈ। ਪਿੰਡ ਦੇ ਕਿਸੇ ਦਰਵਾਜ਼ੇ ਜਾਂ ਡੇਰੇ ਤੇ ਪਹੁੰਚਣ ਤੇ ਉਹਨਾਂ ਨੂੰ ਮਿਲਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ। ਫਿਰ ਮਿੱਥੇ ਸਥਾਨ ਦੇ ਉੱਤੇ ਜੰਝ ਨੂੰ ਬਿਠਾ ਦਿੱਤਾ ਜਾਂਦਾ ਹੈਗਾ ਤੇ ਕੁੜੀ ਉਸ ਪਿੰਡ ਵਿੱਚ ਜਿੱਥੇ ਉਹ ਵਿਆਹਣ ਗਏ ਹੁੰਦੇ ਨੇ, ਜੇਕਰ ਪਹਿਲਾਂ ਹੀ ਉਸ ਪਿੰਡ ਵਿੱਚ ਉਹਨਾਂ ਦੇ ਸ਼ਰੀਕੇ ਦੇ ਵਿੱਚੋਂ ਕੋਈ ਕੁੜੀ ਹੋਵੇ ਤਾਂ ਉਸ ਕੁੜੀ ਦੇ ਘਰ ਮਠਿਆਈ ਤੇ ਪੱਤਲਾਂ ਭੇਜ ਕੇ ਮਾਨ ਸਤਿਕਾਰ ਕੀਤਾ ਜਾਂਦਾ ਹੈ। ਤੇ ਵਿਆਹ ਦੇ ਵਿੱਚ ਜਿਹੜੀ ਅਗਲੀ ਖਾਸ ਰਸਮ ਹੁੰਦੀ ਹੈ ਉਹ ਹੁੰਦੀ ਹੈ ਫੇਰਿਆਂ ਦੀ ਰਸਮ। ਇਹ ਬੜੀ ਮਹੱਤਵਪੂਰਨ ਰਸਮ ਹੈ। ਕੁੜੀ ਨੂੰ ਉਸਦਾ ਮਾਮਾ ਖਾਰਿਆਂ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ ਤੇ ਇੱਥੋਂ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦਿੰਦੀ ਹੈ। ਇਹ ਰਸਮ ਵੱਖ-ਵੱਖ ਧਾਰਮਿਕ ਕਹਿ ਲੋ ਜਾਂ ਧਰਮਾਂ ਦੇ ਅਨੁਸਾਰ ਕਹਿ ਲੋ ਵੱਖ-ਵੱਖ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਕਰਨ ਦੀ ਰੀਤ ਹੈ ਤੇ ਜੇ ਦੇਖੀਏ ਅਸੀਂ ਮੁਸਲਿਮ ਧਰਮ ਦੇ ਵਿੱਚ ਨਿਕਾਹ ਦੀ ਰਸਮ ਤੇ ਹਿੰਦੂ ਧਰਮ ਦੇ ਵਿੱਚ ਫੇਰੇ ਕਰਕੇ ਇਹ ਰਸਮ ਹੈ ਜਿਹੜੀ ਅਦਾ ਕੀਤੀ ਜਾਂਦੀ ਹੈ। ਇਹ ਰਸਮ ਅਦਾ ਕਰਨ ਤੋਂ ਬਾਅਦ ਬਰੀ ਤੇ ਖੱਟ ਦਿਖਾਈ ਜਾਂਦੀ ਹੈ। ਜਾਂਜੀ ਜਿਹੜੀ ਵਰੀ ਲੈ ਕੇ ਆਏ ਹੋਣ ਉਹ ਥਾਲੀਆਂ ਟੋਕਰੀਆਂ ਵਿੱਚ ਖਿਲਾਰ ਕੇ ਕੁੜੀ ਵਾਲਿਆਂ ਦੇ ਘਰ ਲਿਆਂਦੀ ਜਾਂਦੀ ਹੈ ਤੇ ਸਾਰੇ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ। ਫਿਰ ਮੁੰਡੇ ਵਾਲਿਆਂ ਨੂੰ ਵੀ ਕੁੜੀ ਵਾਲੇ ਜੰਝ ਤੁਰਨ ਤੋਂ ਪਹਿਲਾਂ ਦਾਸ ਤੇ ਖੱਟ ਦਿਖਾਉਂਦੇ ਨੇ। ਉਹ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਆਪਣੀ ਧੀ ਨੂੰ ਦਿੰਦੇ ਨੇ। ਇਸ ਤੋਂ ਪਿੱਛੋਂ ਜੰਝ ਚਲੀ ਜਾਂਦੀ ਹੈ ਤੇ ਮੁੰਡਾ ਤੇ ਸਰਵਾਲਾ ਬੈਠੇ ਰਹਿੰਦੇ ਨੇ ਕਿਉਂਕਿ ਭਾਈਚਾਰੇ ਦੀਆਂ ਔਰਤਾਂ ਉਹਨਾਂ ਨੂੰ ਸਲਾਮੀ ਪਾਉਂਦੀਆਂ ਨੇ। ਕੁੜੀਆਂ ਨੇ ਜਿਹੜੀਆਂ ਉਹ ਇਕੱਠੀਆਂ ਹੋ ਕੇ ਟੀਚਰਾਂ ਕਰਦੀਆਂ ਨੇ ਤੇ ਛੰਦ ਸੁਣਦੀਆਂ ਨੇ। ਇਸ ਤੋਂ ਪਿੱਛੋਂ ਜੰਝ ਨੂੰ ਵਿਦਾ ਕਰ ਦਿੱਤਾ ਜਾਂਦਾ ਹੈ। ਮਾਮਾ ਕੁੜੀ ਨੂੰ ਚੁੱਕ ਕੇ ਡੋਲੀ ਪਾਉਂਦਾ ਹੈ ਤੇ ਇਸ ਤਰ੍ਹਾਂ ਵਿਆਹ ਦੀਆਂ ਰਸਮਾਂ ਦੇ ਵਿੱਚੋਂ ਡੋਲੀ ਪਾ ਕੇ ਕੁੜੀ ਨੂੰ ਵਿਦਾ ਕਰ ਦਿੱਤਾ ਜਾਂਦਾ ਹੈ। ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਨਾਲ ਸਿਰਫ ਜਨਮ ਤੇ ਵਿਆਹ ਦੇ ਹੀ ਰਸਮਾਂ ਰਿਵਾਜਾਂ ਬਾਰੇ ਚਰਚਾ ਕੀਤੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਤੇ ਅਸੀਂ ਇਸ ਪਾਠ ਦਾ ਅਗਲਾ ਭਾਗ ਵਿਆਹ ਤੋਂ ਬਾਅਦ ਦੀਆਂ ਰਸਮਾਂ ਤੇ ਮੌਤ ਨਾਲ ਸੰਬੰਧਿਤ ਜੋ ਵੀ ਰਸਮ ਰਿਵਾਜ ਸਾਡੇ ਭਾਈਚਾਰੇ ਵਿੱਚ ਕੀਤੇ ਜਾਂਦੇ ਨੇ ਜਾਂ ਪੁਰਾਤਨ ਸਮੇਂ ਤੋਂ ਸ਼ੁਰੂ ਹੋਏ ਨੇ ਤੇ ਧਾਰਮਿਕ ਭਾਈਚਾਰਿਆਂ ਦੇ ਪੱਖ ਤੋਂ ਇਹਨਾਂ ਤਿੰਨੋਂ ਪ੍ਰਕਾਰ ਦੇ ਰਸਮਾਂ ਰਿਵਾਜਾਂ ਦੇ ਵਿੱਚ ਕੀ ਫਰਕ ਹੈ ਉਸ ਬਾਰੇ ਅਸੀਂ ਆਪਣੇ ਅਗਲੇ ਲੈਕਚਰ ਦੇ ਵਿੱਚ ਚਰਚਾ ਕਰਾਂਗੇ। ਅੱਜ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ
ਧੰਨਵਾਦ। ਦੁਆਬਾ ਰੇਡੀਓ।